ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਅਤੇ ਆਰਿਫ ਅਲਵੀ ਹੋਰਾਂ ਦੀ ਮੁਲਾਕਾਤ। ਇਮਰਾਨ ਖਾਨ ਦਾ ਲਾਹੌਰ 'ਚ ਪਾਵਰ ਸ਼ੋ। ਓਵਰਸੀਜ਼ ਪਾਕਿਸਤਾਨੀ ਵੋਟ ਪਾ ਸਕਣਗੇ ਜਾਂ ਨਹੀਂ। ਇਮਰਾਨ ਖਾਨ ਦੇ ਤੋਹਫਿਆਂ ਦੀ ਜਾਣਕਾਰੀ ਲਈ ਹਾਈ ਕੋਰਟ ਸੁਣਵਾਈ। CTD ਦੇ ਮਹਿਕਮੇ ਦੀ ਇੱਕ ਹੋਰ ਕਾਰਵਾਈ। ਇੱਕ ਮੁਲਜ਼ਮ ਗ੍ਰਿਫਤਾਰ। ਅਤੇ ਕਿਹੜਾ ਪੁਰਾਣਾ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਹੈ ਤਾਰੀਖੀ ਵਿਰਸਾ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਵਾਸਤੇ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਕੱਲ੍ਹ ਪ੍ਰਾਈਮ ਮਿਨਿਸਟਰ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਹੋਰਾਂ ਦੀ ਪ੍ਰੈਜ਼ੀਡੈਂਟ ਆਰਿਫ ਅਲਵੀ ਹੋਰਾਂ ਦੇ ਨਾਲ ਹੋਈ ਮੁਲਾਕਾਤ। ਇਹ ਮੁਲਾਕਾਤ ਉਹਨਾਂ ਨੇ ਆਪ ਕੀਤੀ ਹੈ, ਜਿਹਦੇ 'ਚ ਮੁਲਕੀ ਸਿਆਸਤ 'ਤੇ ਭਰਵੀਂ ਗੱਲਬਾਤ ਕੀਤੀ ਗਈ। ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਪ੍ਰੈਜ਼ੀਡੈਂਟ ਆਰਿਫ ਅਲਵੀ ਹੋਰਾਂ ਦੇ ਨਾਲ ਮੁਲਾਕਾਤ 'ਚ ਪਾਕਿਸਤਾਨ ਭਰ ਦੇ ਸੂਬਿਆਂ ਦੀ ਗੱਲਬਾਤ ਕੀਤੀ। ਅੰਦਰ ਖਾਤੇ ਇਤਲਾਵਾਂ ਤੋਂ ਪਤਾ ਲੱਗ ਰਿਹਾ ਹੈ ਕਿ ਆਰਿਫ ਅਲਵੀ ਹੋਰਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਵੀ ਕੋਈ ਹਾਮੀ ਨਹੀਂ ਭਰੀ। ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਇਮਰਾਨ ਖਾਨ ਦੀ ਸਰਕਾਰ ਜਾਣ ਤੋਂ ਬਾਅਦ ਅਤੇ ਸ਼ਹਿਬਾਜ਼ ਸ਼ਰੀਫ ਹੋਰਾਂ ਦੀ ਸਰਕਾਰ ਆਉਣ ਤੋਂ ਬਾਅਦ ਅਜੇ ਤੱਕ ਆਰਿਫ ਅਲਵੀ ਹੋਰਾਂ ਨੇ ਉਹਨਾਂ ਦੇ ਕਿਸੇ ਵਜ਼ੀਰ ਮਸ਼ੀਰ ਦੇ ਮਰਤਬੇ ਦੀ ਸਹੁੰ ਨਹੀਂ ਲਈ। ਇਸ ਮੁਲਾਕਾਤ ਦਾ ਮਕਸਦ ਇਹ ਹੀ ਸੀ ਕਿ ਦੋਵਾਂ ਪਾਸੇ ਦੀਆਂ ਬਹਿ ਕੇ ਗੁੰਝਲਾਂ ਨਿਬੇੜ ਲਈਆਂ ਜਾਣ। ਦੂਜੇ ਪਾਸੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਨੂੰ ਥ੍ਰੈਟ ਮਿਲਿਆ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਇਸ ਧਮਕੀ ਤੋਂ ਬਾਅਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਇਮਰਾਨ ਖਾਨ ਨੂੰ ਫੁੱਲ ਪ੍ਰੂਫ ਸਿਕਿਉਰਿਟੀ ਦੇਣ ਦਾ ਹੁਕਮ ਦਿੱਤਾ ਹੈ। ਉਹਨਾਂ ਨੇ ਇਸ ਮਾਮਲੇ ਤੇ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਰਾਣਾ ਸਨਾਉੱਲਾ ਹੋਰਾਂ ਨੂੰ ਹੁਕਮ ਦਿੱਤਾ ਹੈ ਕਿ ਇਮਰਾਨ ਖਾਨ ਦੇ ਬਨੀ ਗਾਲਾ ਵਾਲੇ ਘਰ ਸਮੇਤ ਜਿੱਥੇ ਵੀ ਉਹ ਜਾਣ, ਬੰਬ ਨਕਾਰਾ ਕਰਨ ਵਾਲੀ ਮਸ਼ੀਨਰੀ ਉੱਥੇ ਨਾਲ ਜਾਏਗੀ। ਇਸ ਤੋਂ ਅੱਡ ਭਾਰੀ ਸਿਕਿਉਰਿਟੀ ਦੇ ਪ੍ਰਬੰਧ ਵੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਕਿਸੇ ਕਿਸਮ ਦਾ ਕੋਈ ਖਤਰਾ ਮੋਲ ਨਾ ਲਿਆ ਜਾਏ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਆਪਣਾ ਮਰਤਬਾ ਛੱਡਣ ਮਗਰੋਂ ਪੰਜਾਬ ਦੇ ਵਿੱਚ ਆਪਣਾ ਪਹਿਲਾ ਵਿਖਾਲਾ ਕਰ ਰਹੇ ਨੇ। ਇਹ ਸਿਆਸੀ ਜਲਸਾ ਲਾਹੌਰ ਦੇ ਮੀਨਾਰੇ ਪਾਕਿਸਤਾਨ ਤੇ ਹੋ ਰਿਹਾ ਹੈ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਮਰਾਨ ਖਾਨ ਨੇ ਆਪਣੀ ਸਿਆਸੀ ਲਹਿਰ ਨੂੰ ਜਦੋਂ ਜਨੂਨ ਦਾ ਰੰਗ ਦਿੱਤਾ ਸੀ ਤੇ ਉਹਦੀ ਸ਼ੁਰੂਆਤ ਵੀ ਮੀਨਾਰੇ ਪਾਕਿਸਤਾਨ ਲਾਹੌਰ ਤੋਂ ਹੀ ਹੋਈ ਸੀ। ਉਸ ਤੋਂ ਬਾਅਦ ਪੜ੍ਹਿਆ ਲਿਖਿਆ ਤਬਕਾ ਉਹਨਾਂ ਦੀ ਹਮਾਇਤ 'ਚ ਸਾਹਮਣੇ ਆਇਆ। ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਇਮਰਾਨ ਖਾਨ ਦੇ ਦੌਰ 'ਚ ਇਤਲਾਮਾਂ ਅਤੇ ਨਸ਼ਰੀਆਤ ਦੇ ਵਜ਼ੀਰ ਰਹਿਣ ਵਾਲੇ ਫਵਾਦ ਚੌਧਰੀ ਹੋਰਾਂ ਨੇ ਇੱਕ TV ਇੰਟਰਵਿਊ 'ਚ ਇਹ ਗੱਲ ਮੰਨੀ ਹੈ ਕਿ ਸਾਡੇ ਤਾਲੁਕਾਤ ਇਸਟੈਬਲਿਸ਼ਮੈਂਟ ਦੇ ਨਾਲ ਖਰਾਬ ਹੋ ਗਏ ਸਨ, ਤਾਂ ਹੀ ਅੱਜ ਸਾਡੀ ਸਰਕਾਰ ਨਹੀਂ ਹੈ। ਅਜੇ ਇਹ ਤਾਲੁਕਾਤ ਖਰਾਬ ਨਾ ਹੁੰਦੇ ਤੇ ਅੱਜ ਵੀ ਸਾਡੀ ਸਰਕਾਰ ਹੋਣੀ ਸੀ। ਸੁਣਨ ਵਾਲਿਆਂ ਨੂੰ ਇਹ ਵੀ ਦੱਸਦੇ ਜਾਈਏ ਕਿ ਇਮਰਾਨ ਖਾਨ ਸਰਕਾਰ ਦੇ ਜਾਣ ਦੀ ਇੱਕ ਵੱਡੀ ਵਜ੍ਹਾ ਇਹ ਵੀ ਦੱਸੀ ਜਾ ਰਹੀ ਹੈ ਕਿ ਇਸ ਸਾਲ ਨਵੰਬਰ ਦੇ ਮਹੀਨੇ 'ਚ ਫੌਜ ਮੁਖੀ ਦੀ ਮੁਲਾਜ਼ਮਤ ਮੁੱਕ ਰਹੀ ਹੈ, ਜਿਹਦੇ 'ਚ ਉਹਨਾਂ ਨੂੰ ਪਹਿਲੇ ਹੀ 3 ਸਾਲ ਦਾ ਵਾਅਦਾ ਲੱਭਾ ਹੋਇਆ ਸੀ। ਇਮਰਾਨ ਖਾਨ ਸਰਕਾਰ ਦੀ ਇਹ ਰੀਝ ਸੀ ਕਿ ਉਹਨਾਂ ਤੋਂ ਬਾਅਦ ਜਨਰਲ ਫੈਜ਼ ਹਮੀਦ, ਜੋ ਕਿ ਇਸ ਵੇਲੇ ISI ਦੇ ਚੀਫ ਨੇ, ਉਹਨਾਂ ਨੂੰ ਫੌਜ ਮੁਖੀ ਲਾਇਆ ਜਾਏ। ਪਰ ਇਸ ਮਾਮਲੇ ਤੇ ਉਹਨਾਂ ਦੀ ਇਸਟੈਬਲਿਸ਼ਮੈਂਟ ਦੇ ਨਾਲ ਵਿਗੜ ਗਈ ਅਤੇ ਉਹਨਾਂ ਦੀ ਸਰਕਾਰ ਡਿੱਗਣ ਦਾ ਕਾਰਨ ਬਣੀ। ਪਾਕਿਸਤਾਨ 'ਚ ਨਵੀਂ ਸਰਕਾਰ ਬਣਨ ਮਗਰੋਂ ਦੂਸਰੇ ਦੇਸ਼ਾਂ 'ਚ ਵਸਦੇ ਪਾਕਿਸਤਾਨੀਆਂ ਦੇ ਵੋਟ ਪਾਉਣ ਦਾ ਮਾਮਲਾ ਇੱਕ ਵਾਰੀ ਫੇਰ ਚਰਚਾਯੋਗ ਹੈ। ਮਾਮਲਾ ਅਦਾਲਤ 'ਚ ਵੀ ਹੈ ਤੇ ਪਾਰਲੀਮੈਂਟ 'ਚ ਵੀ ਇਹਦੇ ਚਰਚੇ ਨੇ। ਪਾਕਿਸਤਾਨ 'ਚ ਕਾਨੂੰਨ ਦੇ ਨਵੇਂ ਵਜ਼ੀਰ ਆਜ਼ਮ ਨਜ਼ੀਰ ਤਾਰੜ ਹੋਰਾਂ ਦਾ ਆਖਣਾ ਹੈ ਕਿ ਦੁਨੀਆ ਭਰ 'ਚ ਕੰਮ ਕਰਦੀਆਂ ਅੰਬੈਸੀਆਂ 'ਚ ਇੰਨੀ ਸਹੂਲਤ ਨਹੀਂ ਕਿ ਉੱਥੇ ਵਸਦੇ ਪਾਕਿਸਤਾਨੀਆਂ ਨੂੰ ਸੱਦ ਕੇ ਉਹਨਾਂ ਕੋਲੋਂ ਵੋਟ ਪਵਾਏ ਜਾਣ। ਨਾਲ ਹੀ ਉਹਨਾਂ ਦਾ ਆਖਣਾ ਸੀ ਕਿ ਪਾਰਲੀਮੈਂਟ ਦੇ ਅੰਦਰ ਓਵਰਸੀਜ਼ ਪਾਕਿਸਤਾਨੀਆਂ ਵਾਸਤੇ ਖਾਸ ਸੀਟਾਂ ਰੱਖਣ ਤੇ ਗੌਰ ਕਰ ਰਹੇ ਹਾਂ। ਉਹਨਾਂ ਦਾ ਆਖਣਾ ਸੀ ਕਿ EVM ਮਸ਼ੀਨ ਰਾਹੀਂ ਪਾਇਲਟ ਪ੍ਰੋਜੈਕਟ ਜ਼ਰੂਰੀ ਹੈ, ਉਸ ਤੋਂ ਮਗਰੋਂ ਇਹਨੂੰ ਚੋਣਾਂ 'ਚ ਵਰਤਿਆ ਜਾ ਸਕਦਾ ਹੈ। ਨਵੀਂ ਸਰਕਾਰ ਮਗਰੋਂ ਇਸ ਮਾਮਲੇ ਤੇ ਕੰਮ ਚੱਲ ਰਿਹਾ ਹੈ, ਜਿਹਦੇ ਤੇ ਦੇਸ਼ੋਂ ਦੂਰ ਵਸਦੇ ਪਾਕਿਸਤਾਨੀਆਂ ਨੂੰ ਵੀ ਵੋਟ ਦਾ ਹੱਕ ਦਿੱਤਾ ਜਾਏਗਾ। ਇਸ ਕਾਨੂੰਨ ਦੀ ਜਾਂਚ ਪਰਖ ਕੀਤੀ ਜਾ ਰਹੀ ਹੈ। ਹਕੂਮਤੀ ਇਤਿਹਾਦੀਆਂ ਵੱਲੋਂ ਵੱਡੀ ਗਿਣਤੀ 'ਚ ਚੋਣਾਂ ਬਾਰੇ ਸਲਾਹਾਂ ਚੱਲ ਰਹੀਆਂ ਨੇ। ਕੁਝ ਸਿਆਸੀ ਪਾਰਟੀਆਂ EVM ਮਸ਼ੀਨ ਦੀ ਮੁਖਾਲਫਤ ਕਰ ਰਹੀਆਂ ਨੇ ਤੇ ਕੁਝ ਇਹਦੇ ਹੱਕ 'ਚ ਨੇ। ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਆਖਣਾ ਹੈ ਕਿ ਆਮ ਚੋਣਾਂ 'ਚ EVM ਮਸ਼ੀਨ ਵਰਤੀ ਨਹੀਂ ਜਾਏਗੀ। ਕਾਨੂੰਨ ਦੀ ਵਜ਼ਾਰਤ ਦਾ ਆਖਣਾ ਹੈ ਕਿ ਪਾਕਿਸਤਾਨ ਇੱਕ ਗਰੀਬ ਮੁਲਕ ਹੈ, ਅਸੀਂ ਪੂਰੀ ਦੁਨੀਆ 'ਚ ਪੋਲਿੰਗ ਸਟੇਸ਼ਨ ਬਣਾ ਕੇ ਚੋਣਾਂ ਨਹੀਂ ਕਰਵਾ ਸਕਦੇ।
इस्लामाबाद हाई कोर्ट 'ਚ ਇੱਕ ਪੱਤਰਕਾਰ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੈ ਕਿ ਪਾਕਿਸਤਾਨ ਇਨਫੋਰਮੇਸ਼ਨ ਦੇ ਆਰਡਰ ਦੇ ਤਹਿਤ ਜਾਣਕਾਰੀ ਦਿੱਤੀ ਜਾਏ ਕਿ ਪ੍ਰਾਈਮ ਮਿਨਿਸਟਰ ਰਹਿ ਕੇ ਇਮਰਾਨ ਖਾਨ ਹੋਰਾਂ ਨੂੰ 3 ਸਾਲਾਂ 'ਚ ਕਿਹੜੇ-ਕਿਹੜੇ ਮੁਲਕਾਂ ਤੋਂ ਕਿਹੜੇ-ਕਿਹੜੇ ਤੋਹਫੇ ਲੱਭੇ ਨੇ ਤੇ ਉਹਨਾਂ ਨੇ ਘੱਟ ਮੁੱਲ ਤਾਰ ਕੇ ਇਹਨਾਂ 'ਚੋਂ ਕਿਹੜੇ-ਕਿਹੜੇ ਤੋਹਫੇ ਆਪ ਰੱਖੇ ਨੇ। ਇਸਲਾਮਾਬਾਦ ਹਾਈ ਕੋਰਟ ਨੇ ਇਸ ਕੇਸ 'ਚ ਆਖਿਆ ਹੈ ਕਿ ਇਮਰਾਨ ਖਾਨ ਨੂੰ ਮਿਲਣ ਵਾਲੇ ਸਾਰੇ ਤੋਹਫਿਆਂ ਦੀ ਜਾਣਕਾਰੀ ਆਮ ਕੀਤੀ ਜਾਏ ਤੇ ਜਿਹੜੇ ਤੋਹਫੇ ਘਰ ਅਪੜ ਗਏ ਨੇ ਉਹਨਾਂ ਨੂੰ ਵਾਪਸ ਲਿਆ ਕੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਏ। ਇਸਲਾਮਾਬਾਦ ਹਾਈ ਕੋਰਟ ਦਾ ਆਖਣਾ ਸੀ ਕਿ ਇਹ ਤੋਹਫੇ ਇਮਰਾਨ ਖਾਨ ਦੀ ਸ਼ਖਸੀਅਤ ਨੂੰ ਨਹੀਂ ਦਿੱਤੇ ਗਏ ਬਲਕਿ ਇਹ ਪ੍ਰਾਈਮ ਮਿਨਿਸਟਰ ਦਫ਼ਤਰ ਨੂੰ ਲੱਭੇ ਨੇ ਤੇ ਇਹ ਪ੍ਰਾਈਮ ਮਿਨਿਸਟਰ ਦਫ਼ਤਰ ਜਿਹੜਾ ਹੈ ਉਹ ਸਟੇਟ ਦੀ ਮਲਕੀਅਤ ਹੈ। ਜਸਟਿਸ ਗੁਲ ਹਸਨ ਔਰੰਗਜ਼ੇਬ ਦਾ ਆਖਣਾ ਸੀ ਕਿ ਇਮਰਾਨ ਖਾਨ ਹੋਰਾਂ ਨੂੰ ਲੱਭਣ ਵਾਲੇ ਇਹਨਾਂ ਤੋਹਫਿਆਂ ਦੀ ਜਾਣਕਾਰੀ ਪੱਤਰਕਾਰ ਨੂੰ ਦਿੱਤੀ ਜਾਏ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਮਰਾਨ ਖਾਨ ਹੋਰਾਂ ਨੂੰ ਜਿਹੜੇ ਤੋਹਫੇ ਲੱਭੇ ਸਨ ਉਹਨਾਂ ਉਹਦਾ ਘੱਟ ਮੁੱਲ ਤਾਰ ਕੇ ਉਹ ਆਪਣੇ ਕੋਲ ਰੱਖ ਲਏ ਸਨ, ਜਦ ਕਿ ਇਸਲਾਮਾਬਾਦ ਹਾਈ ਕੋਰਟ ਦਾ ਇਹ ਆਖਣਾ ਹੈ ਕਿ ਇਹ ਤੋਹਫੇ ਅਵਾਮੀ ਮਲਕੀਅਤ ਨੇ, ਇਸ ਕਰਕੇ ਇਹਨਾਂ ਨੂੰ ਅਵਾਮੀ ਥਾਂ ਤੇ ਰੱਖਿਆ ਜਾਏ। ਕਿਸੇ ਵੀ ਵਜ਼ੀਰ, ਮਸ਼ੀਰ ਜਾਂ ਪ੍ਰਾਈਮ ਮਿਨਿਸਟਰ ਨੂੰ ਇਹ ਹੱਕ ਨਹੀਂ ਕਿ ਇਹ ਤੋਹਫੇ ਉਹ ਆਪਣੇ ਕੋਲ ਰੱਖੇ। ਸੀਟੀਡੀ ਦੇ ਮਹਿਕਮੇ ਨੇ ਸਾਈਵਾਲ ਯਾਨੀ ਪੁਰਾਣੇ ਮਿੰਟ ਗੁਮਰੀ ਦੇ ਵਿੱਚ ਕਾਰਵਾਈ ਕਰਕੇ ਪਾਬੰਦੀ ਲੱਗੀ ਤਨਜ਼ੀਮ ਦੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦੇ ਕਬਜ਼ੇ ਦੇ ਵਿੱਚੋਂ 4 ਇਹੋ ਜਿਹੇ ਕਿਤਾਬਚੇ ਲੱਭੇ ਨੇ ਜਿਹੜੇ ਨਫ਼ਰਤ ਖਿਲਾਰਨ ਦਾ ਸਬਬ ਨੇ, ਜਦ ਕਿ ਪੰਜਾਬ ਸਰਕਾਰ ਨੇ ਇਹਨਾਂ ਕਿਤਾਬਾਂ ਤੇ ਪਾਬੰਦੀ ਲਾਈ ਹੋਈ ਹੈ। ਸੂਫੀ ਅਰਸ਼ਦ ਟਾਊਨਸ਼ਿਪ ਲਾਹੌਰ ਦਾ ਰਿਹਾਇਸ਼ੀ ਹੈ ਜਿਹਨੂੰ ਸਾਹੀਵਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੀਟੀਡੀ ਨੇ ਮਾਲ ਮੰਡੀ ਸਾਹੀਵਾਲ 'ਚ ਅਰਸ਼ਦ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਹ 8 ਦਿਨਾਂ ਦੇ ਰਿਮਾਂਡ ਤੇ ਸੀਟੀਡੀ ਦੇ ਮਹਿਕਮੇ ਦੇ ਕੋਲ ਹੈ। ਸਾਹੀਵਾਲ ਦੇ ਅੱਤਵਾਦ ਦੇ ਕੇਸਾਂ ਨੂੰ ਸੁਣਨ ਦੀ ਅਦਾਲਤ ਦੇ ਸਪੈਸ਼ਲ ਜੱਜ ਜ਼ਾਹਿਦ ਗਜ਼ਨਵੀ ਨੇ ਗ੍ਰਿਫਤਾਰ ਮੁਲਜ਼ਮ ਸੂਫੀ ਅਰਸ਼ਦ ਨੂੰ 8 ਦਿਨਾਂ ਦੇ ਰਿਮਾਂਡ ਲਈ ਸੀਟੀਡੀ ਦੇ ਮਹਿਕਮੇ ਦੇ ਹਵਾਲੇ ਕਰ ਦਿੱਤਾ ਹੈ। ਹੁਣ ਸੀਟੀਡੀ ਸਾਹੀਵਾਲ ਪੁੱਛ ਪਰਤੀਤ ਕਰਕੇ ਕੇਸ ਨੂੰ ਅੱਗੇ ਵਧਾਏਗਾ। ਅੰਗਰੇਜ਼ ਰਾਜ ਵੇਲੇ ਭਾਰਤ ਅਤੇ ਪਾਕਿਸਤਾਨ 'ਚ ਵਿਛਾਈਆਂ ਗਈਆਂ ਰੇਲਵੇ ਲਾਈਨਾਂ 'ਚੋਂ ਕਈ ਬਿਲਕੁਲ ਮੁੱਕ ਗਈਆਂ ਨੇ ਅਤੇ ਕਈਆਂ ਦੇ ਨਿਸ਼ਾਨ ਬਾਕੀ ਨੇ। ਕੁਝ ਰੇਲਵੇ ਸਟੇਸ਼ਨਾਂ ਦੇ ਖੰਡਰ ਇਹ ਦੱਸ ਪਾ ਰਹੇ ਨੇ ਕਿ ਇਹਨਾਂ ਉਜਾੜਾਂ 'ਚ ਕਦੀ ਬੜੀ ਰੌਣਕ ਹੁੰਦੀ ਸੀ। ਇਹੋ ਜਿਹਾ ਇੱਕ ਰੇਲਵੇ ਸਟੇਸ਼ਨ ਪੈਰਾ ਹੈ ਜੋ ਜ਼ਿਲ੍ਹਾ ਸਰਗੋਦਾ ਦਾ ਹਿੱਸਾ ਹੈ। ਇਸ ਤਾਰੀਖੀ ਰੇਲਵੇ ਸਟੇਸ਼ਨ ਨੂੰ ਤਾਰੀਖੀ ਵਿਰਸਾ ਬਣਾਉਣ ਦੀਆਂ ਸਲਾਹਾਂ ਚੱਲ ਰਹੀਆਂ ਨੇ। ਵਾਲ ਸਿਟੀ ਅਥਾਰਟੀ ਨੇ ਰੇਲਵੇ ਸਟੇਸ਼ਨ ਪੈਰਾ ਨੂੰ ਇੱਕ ਅਜਾਇਬ ਘਰ 'ਚ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੇ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸਿਆ ਜਾ ਸਕੇ ਕਿ ਇਸ ਇਲਾਕੇ ਦਾ ਪਿਛੋਕੜ ਕੀ ਸੀ। ਇਸ ਰੇਲਵੇ ਸਟੇਸ਼ਨ ਤੇ ਇੱਕ ਪੁਰਾਣਾ ਇੰਜਨ ਲਾ ਕੇ ਇਹਨੂੰ ਤਾਰੀਖੀ ਸ਼ੈਵਾਂ ਦੇ ਮਿਊਜ਼ੀਅਮ 'ਚ ਬਦਲ ਦਿੱਤਾ ਜਾਏਗਾ। ਇੱਕ ਵਾਰੀ ਫੇਰ ਦੱਸਦੇ ਜਾਈਏ ਕਿ ਇਸ ਰੇਲਵੇ ਸਟੇਸ਼ਨ ਪੈਰਾ ਨੂੰ ਤਾਰੀਖੀ ਵਿਰਸਾ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਵਾਸਤੇ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਯਾਨੀ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।